ਕੱਲ੍ਹ ਆਪਾਂ ਸਮਝਿਆ ਸੀ ਮਾਧੋ ਅਵਿਦਿਆ ਹਿਤਕੀਨ ਵਿਵੇਕ ਦੀਪ ਮਲੀਨ। ਅੱਜ ਇਸ ਤੋਂ ਅਗਲਾ ਸ਼ਬਦ ਹੈ। ਤੇ ਜਿਹੜੀ ਗੱਲ ਗਿਆਨੀ ਜੀ ਆਪ ਜੀਆਂ ਦੇ ਨਾਲ ਕਰਕੇ ਗਏ ਨੇ, ਮੈਂ ਥੋੜ੍ਹਾ ਜਿਹਾ ਵਿਸ਼ੇ ਨੂੰ ਲੈ ਕੇ ਚੱਲ ਪਵਾਂ। ਆਖ ਕੇ ਗਏ ਨੇ ਕਿ ਇਸ ਵਿਸ਼ੇ 'ਤੇ ਆਪ ਸੰਗਤ ਨਾਲ ਗੱਲ ਕਰਾਂ। ਜਦ ਅਸੀਂ ਸਟੇਜ 'ਤੇ ਬੈਠਦੇ ਹਾਂ ਨਾ, ਉਦੋਂ ਗੱਲ ਹੋਰ ਹੁੰਦੀ ਹੈ। ਜਦੋਂ ਸੰਗਤ ਨਾਲ ਬੈਠੀ ਦਾ ਵਿੱਚ ਗੱਲਬਾਤ ਕਰੀਦੀ ਹੈ, ਉਦੋਂ ਗੱਲ ਹੋਰ ਹੁੰਦੀ ਹੈ। ਤੇ ਮੈਂ ਜੋ ਆਪ ਮਹਿਸੂਸ ਕੀਤਾ, ਮੇਰਾ ਨਿੱਜੀ ਤਜਰਬਾ ਆ। ਲੱਖ ਅਸੀਂ ਆਖੀ ਜਾਈਏ ਬੜਾ ਵਧੀਆ ਹੋ ਰਿਹਾ ਜੀ, ਬੜਾ ਚੰਗਾ ਹੋ ਰਿਹਾ ਹੈ, ਜੇ ਉਹ, ਪਰ ਜਦੋਂ ਪਰਸਨਲ ਡਾਇਲੋਗ ਹੁੰਦਾ, ਸੰਗਤ ਨਾਲ ਬੈਠ ਕੇ ਫੇਸ ਟੂ ਫੇਸ ਗੱਲਬਾਤ ਹੁੰਦੀ, ਹਰ ਇੱਕ ਦੇ ਅੰਦਰ ਇਹ ਚਿੰਤਾ ਆ, ਹਰ ਇੱਕ ਦਾ ਇਹ ਤੌਖਲਾ ਆ, ਸਹਿਮ ਹੈ ਆਉਣ ਵਾਲੇ ਸਮੇਂ 'ਚ ਕੀ ਬਣੇਗਾ। ਕਿਉਂਕਿ ਸਾਡੀ ਕੌਮ ਦੇ, ਮੈਂ ਇੱਕ ਦਿਨ ਬੇਨਤੀ ਕੀਤੀ ਸੀ, ਮੇਰੀ ਗੱਲ ਦਾ ਬੁਰਾ ਨਾ ਮਨਾਇਓ ਮੇਰੇ ਵੀਰੋ, ਸਾਡੀ ਕੌਮ ਦੇ ਨੌਜਵਾਨ ਦਸਤਾਰਾਂ ਤੋਂ ਰੁਮਾਲਾਂ ਤੱਕ ਆ ਗਏ। ਅੱਗੇ ਗੇੜਾ ਕੱਟ ਕੇ ਕਿਸ ਪਾਸੇ ਜਾਣਾ ਨਹੀਂ ਪਤਾ। ਤੇ ਕੌੜਾ ਸੱਚ ਹੈ ਪਿਆਰਿਓ, ਅੱਜ ਮੰਨ ਲਓ ਕੱਲ ਮੰਨ ਲਓ, ਜਿਹੜੀ ਇੱਥੋਂ ਦੀ ਬੌਰਨ ਪਨੀਰੀ ਆ ਨਾ, ਬੱਚੇ ਜਿਹੜੇ ਇੱਥੇ ਜੰਮ ਪਏ ਇਹਨਾਂ ਮੁਲਕਾਂ 'ਚ, ਉਹ ਜਿਸ ਸੁਸਾਇਟੀ 'ਚ ਰਹਿ ਰਹੇ ਨੇ, ਉਹਨਾਂ ਦਾ ਆਲਾ ਦੁਆਲਾ ਬਹੁ ਗਿਣਤੀ ਉਹਨਾਂ ਨੂੰ ਪ੍ਰਭਾਵਿਤ ਕਰਦੀ ਹੈ। ਇਹ ਕੁਦਰਤ ਦਾ ਇੱਕ ਨਿਜ਼ਾਮ ਆ। ਜਿੱਥੇ ਬਹੁ ਗਿਣਤੀ ਹੋਏਗੀ ਨਾ, ਘੱਟ ਗਿਣਤੀ ਹਮੇਸ਼ਾ ਉਹਨਾਂ ਤੋਂ ਪ੍ਰਭਾਵਿਤ ਰਹੇਗੀ। ਅਸੀਂ ਭਾਰਤ ਅੰਦਰ ਵੇਖਦੇ ਹਾਂ ਤੇ ਸਾਰੇ ਰੌਲਾ ਪਾਉਂਦੇ ਆ ਕਿ ਜੀ ਸਿੱਖ ਬ੍ਰਾਹਮਣ ਮਤ ਤੋਂ ਪ੍ਰਭਾਵਿਤ ਨੇ। ਹੁਣ ਆਉਣਾ ਅਗਲੇ ਮਹੀਨੇ, ਨਹੀਂ ਨਵੰਬਰ ਦੇ ਵਿੱਚ ਦੀਵਾਲੀ ਦਾ ਤਿਉਹਾਰ ਆਉਣਾ ਨਾ, ਮੇਰੇ ਵਰਗੇ ਸਾਰੇ ਪ੍ਰਚਾਰਕਾਂ ਨੇ ਸਟੇਜ ਤੋਂ, ਮੈਂ ਸ਼ਬਦ ਵਰਤ ਰਿਹਾ, ਮੈਨੂੰ ਵਰਤਣਾ ਨਹੀਂ ਚਾਹੀਦਾ, ਰੌਲਾ ਪਾਉਣਾ ਸਿੱਖਾਂ ਦਾ ਨਹੀਂ ਹੈਗਾ ਜੀ, ਨਹੀਂ ਇਹਦੇ ਨਾਲ। ਅਸੀਂ ਦੀਵਾਲੀ ਦਾ ਤੇ ਰੌਲਾ ਪਾ ਲੈਂਦੇ ਹਾਂ ਮੇਰੇ ਪਿਆਰਿਓ, ਪਰ ਉਸ ਦੀਵਾਲੀ ਤੋਂ ਪਹਿਲਾਂ 31 ਅਕਤੂਬਰ ਨੂੰ ਤੁਹਾਡੇ ਇੱਥੇ ਹੈਲੋਈਨ ਆਉਣਾ। ਮੈਨੂੰ ਦੱਸੋ, ਤੁਹਾਡੇ ਬੱਚੇ ਨਹੀਂ ਮਨਾਉਣਗੇ? ਦੱਸੋ ਜੀ। ਇੱਥੇ ਦੀ ਬਹੁ ਗਿਣਤੀ ਹੈ ਜਿਹੜੀ, ਉਹਦੇ ਤੋਂ ਇੱਥੇ ਦੀ ਘੱਟ ਗਿਣਤੀ ਪ੍ਰਭਾਵਿਤ ਆ। ਜਿਹੜੀ ਉੱਥੇ ਦੀ ਬਹੁ ਗਿਣਤੀ ਆ, ਉਹਦੇ ਤੋਂ ਉੱਥੇ ਦੀ ਘੱਟ ਗਿਣਤੀ ਪ੍ਰਭਾਵਿਤ। ਇਹ ਹਰੇਕ ਸਮਾਜਿਕ ਖਿੱਤੇ ਦਾ ਨਿਜ਼ਾਮ ਆ। ਘੱਟ ਗਿਣਤੀ ਹਮੇਸ਼ਾ ਹੀ ਬਹੁ ਗਿਣਤੀ ਤੋਂ ਪ੍ਰਭਾਵਿਤ ਰਹਿੰਦੀ ਆ, ਉਹਦਾ ਅਸਰ ਕਬੂਲਦੀ ਆ। ਉਹ ਕਿਉਂ ਕਬੂਲਦੀ ਹੈ? ਕਿਉਂਕਿ ਕਈ ਵਾਰੀ ਥੋੜ੍ਹੇ ਹੋਣ ਕਰਕੇ ਨਾ ਅੰਦਰ ਭੈ ਪੈਦਾ ਹੋ ਜਾਂਦਾ, ਡਰ ਪੈਦਾ ਹੋ ਜਾਂਦਾ ਕਿ ਅਸੀਂ ਥੋੜ੍ਹੇ ਹਾਂ, ਜੇ ਅਸੀਂ ਇਹ ਨਾ ਕੀਤਾ ਸ਼ਾਇਦ ਅਸੀਂ ਥੋੜ੍ਹੇ ਨਹੀਂ ਛੋਟੇ ਪੈ ਜਾਵਾਂਗੇ। ਤੇ ਜਿਹਦੇ ਕਰਕੇ ਫਿਰ ਜਿਹੜੀ ਘੱਟ ਗਿਣਤੀ ਆ, ਉਹ ਬਹੁ ਗਿਣਤੀ ਦੀਆਂ ਰਸਮਾਂ ਉਹਨਾਂ ਨੂੰ ਕਾਪੀ ਕਰਨ ਲੱਗ ਜਾਂਦੀ ਆ। ਅੱਛਾ, ਹੋਰ ਵੇਖੋ, ਆਪ ਜੀ ਮੱਥਾ ਟੇਕਦੇ ਹੋ ਨਾ ਗੁਰੂ ਮਹਾਰਾਜ ਨੂੰ ਆ ਕੇ। ਹੁਣ ਇੱਕ ਤੇ ਮੱਥਾ ਟੇਕਣਾ ਅਦਬ ਆ, ਪਰ ਇੱਕ ਮੈਂ ਵੇਖਣਾ ਸਾਡੇ ਬੱਚਿਆਂ ਦੇ ਅੰਦਰ, ਜਿਹੜੇ ਨੌਜਵਾਨ ਨੇ, ਖਾਸ ਤੌਰ ਤੇ ਲੜਕੀਆਂ, ਉਹ ਜਦੋਂ ਮੱਥਾ ਟੇਕਦੀਆਂ ਨੇ, ਉਹ ਨਾ ਇੱਦਾਂ ਕਰਦੀਆਂ ਨੇ। ਇਹ ਕੀ ਚੀਜ਼ ਹੈ? ਇਹ ਤੁਸੀਂ ਕਿੱਥੋਂ ਸਿੱਖੀ ਆ? ਇਹ ਕਿੱਥੋਂ ਕਾਪੀ ਕੀਤੀ ਆ? ਇਹ ਸਾਡੇ ਕਲਚਰ ਦਾ ਹਿੱਸਾ ਕਿੱਥੋਂ ਬਣ ਗਈ? ਇੱਕ ਨੇ ਕੀਤਾ ਇੱਦਾਂ ਇੱਥੇ ਆ ਕੇ ਨਾ, ਤਾਂ ਦੂਜੇ ਨੇ ਉਹਨੂੰ ਵੇਖਿਆ, ਫਿਰ ਕੱਲ੍ਹ ਨੂੰ ਆਏਗਾ ਤਾਂ ਦੂਜਾ ਉਹਨੂੰ ਕਾਪੀ ਕਰੇਗਾ। ਹੁਣ ਦੋ ਨੇ ਕੀਤਾ, ਫਿਰ ਉਹਨਾਂ ਦੋਵਾਂ ਨੂੰ ਗਾਂ ਚਾਰ ਨੇ ਵੇਖਿਆ, ਫਿਰ ਚਾਰ ਉਹਦੀ ਨਕਲ ਮਾਰਨਗੇ। ਕੋਈ ਨਹੀਂ ਪੁੱਛੇਗਾ ਕਿਸੇ ਨੂੰ ਕਿਉਂ ਕਰਨੇ ਆ। ਅੱਛਾ, ਜਦੋਂ ਕੋਈ ਕਰਮ ਕਰਨਾ ਧਰਮ ਦਾ, ਬਾਣੀ ਪੜ੍ਹਨੀ, ਪਾਠ ਕਰਨਾ, ਕਰਾਉਣਾ, ਉਦੋਂ ਸਾਡੇ ਬੜੇ ਸਵਾਲ ਹੁੰਦੇ ਨੇ, ਇਹਦੇ ਨਾਲ ਕੀ ਹੋ ਜਾਏਗਾ ਜੀ?
ਇਹ ਕਰਕੇ ਕੀ ਹੋ ਜਾਏਗਾ? ਸਮਝੋ ਪਿਆਰਿਓ ਨੁਕਤੇ ਨੂੰ। ਬੱਚਾ ਸਕੂਲ ਜਾਂਦਾ ਨਾ, ਉਹਨੂੰ ਪੁੱਛੋ ਕੀ ਕਰਨ ਚੱਲਿਆ, ਬੱਚੇ ਨੂੰ ਉਸਦੇ ਮਨੋਰਥ ਦਾ ਪਤਾ, ਉਹਨੂੰ ਕਲੀਅਰ ਹੈ, ਉਹਨੂੰ ਸਪਸ਼ਟ ਹੈ ਕਿ ਮੈਂ ਕੀ ਕਰਨ ਜਾ ਰਿਹਾ, ਉਹ ਦੁਵਿਧਾ 'ਚ ਨਹੀਂ ਆ। ਉਹ ਇਹ ਨਹੀਂ ਆਖੇਗਾ ਕਿ ਮੈਂ ਗਰੋਸਰੀ ਕਰਨ ਚੱਲਿਆ ਸਕੂਲ, ਉਹ ਇਹ ਨਹੀਂ ਆਖੇਗਾ ਮੈਂ ਸ਼ਾਪਿੰਗ ਕਰਨ ਚੱਲਿਆ। ਉਹ ਸਪਸ਼ਟ ਹੈ, ਪੂਰਾ ਪਤਾ ਹੈ ਉਸਨੂੰ ਮੈਂ ਕੀ ਕਰਨ ਚੱਲਿਆ। ਠੀਕ, ਤੇ ਘਰੇ ਸਮਾਨ ਦੀ ਲੋੜ ਹੈ, ਤੁਹਾਨੂੰ ਗਰੋਸਰੀ ਦੀ ਲੋੜ ਹੈ, ਤੁਸੀਂ ਸਟੋਰ ਚੱਲੇ ਹੋ, ਤੁਹਾਨੂੰ ਕੋਈ ਪੁੱਛਦਾ ਕਿੱਥੇ ਚੱਲੇ ਹੋ? ਗਰੋਸਰੀ ਕਰਨ। ਸਪਸ਼ਟ ਹੋ, ਪੱਕਾ ਸਪਸ਼ਟ। ਤੁਸੀਂ ਇਹ ਨਹੀਂ ਆਖਦੇ ਪੜ੍ਹਨ ਚੱਲੇ ਆ, ਸਟੋਰ ਦੇ ਵਿੱਚ ਕਲਾਸ ਲਾਉਣ ਚੱਲੇ ਆ, ਬਿਲਕੁਲ ਨਹੀਂ ਆਖਦੇ। ਅਗਲੀ ਗੱਲ, ਤੁਸੀਂ ਗੁਰਦੁਆਰੇ ਆਉਂਦੇ ਹੋ, ਤੁਹਾਨੂੰ ਕੋਈ ਪੁੱਛੇ ਕੀ ਕਰਨ ਚੱਲੇ ਹੋ, ਸਪਸ਼ਟ ਨਹੀਂ ਆ, ਅਸੀਂ ਕਨਫਿਊਜ਼ ਆ, ਦੁਬਿਧਾ 'ਚ ਆ, ਸਾਨੂੰ ਪਤਾ ਹੀ ਨਹੀਂ ਕੀ ਕਰਨ ਚੱਲੇ ਆ। ਸਮਝ ਲੈਣੀ, ਸਿੱਖਣਾ, ਸ਼ਬਦ ਦੀ ਵਿਚਾਰ ਕਰਨੀ, ਸਾਨੂੰ ਸਪਸ਼ਟ ਹੀ ਨਹੀਂ ਕਿ ਅਸੀਂ ਗੁਰਦੁਆਰੇ ਚੱਲੇ ਆ ਤੇ ਕੀ ਕਰਨ ਚੱਲੇ ਆ। ਲੰਗਰ ਛਕਣਾ ਆ। ਪਿਆਰੋ, ਬੇਨਤੀ ਨੂੰ ਸਮਝੋ, ਆਪਣੇ ਆਪ ਨੂੰ ਸਪਸ਼ਟ ਹੋਵੋ। ਘਰੋਂ ਤੁਰਦੇ ਆ ਨਾ, ਤੇ $2 ਜੇਬ 'ਚ ਪਾ ਕੇ ਨਾ ਤੁਰਿਆ ਕਰੋ ਕਿ ਇੱਕ ਗੁਲਕ 'ਚ ਪਾ ਦੇਣਾ, ਇੱਕ ਭਾਈ ਨੂੰ ਰੱਖ ਦੇਣਾ। ਬਿਲਕੁਲ ਨਾ ਕਰੋ ਇੱਦਾਂ। ਜੇ ਢੰਗ ਦੀ ਗੱਲ ਸੁਣਾਉਂਦਾ, ਵੇਖੋ ਇਹ ਕਿੰਨੇ ਦਾ ਹੱਕਦਾਰ ਹੈ, ਦੇ ਦਿਓ। ਜੇ ਨਹੀਂ ਢੰਗ ਦੀ ਸੁਣਾਉਂਦਾ, ਮੈਂ ਕਹਿੰਦਾ ਤੁਸੀਂ ਇੱਕ ਵੀ ਨਾ ਦਿਓ, ਉਹ ਵੀ ਚੱਕ ਕੇ ਲੈ ਜਾਓ। ਆਖੋ ਕਿ ਮੈਂ ਜਿਸ ਪਰਪਸ ਲਈ ਆਇਆ ਸੀ, ਮੇਰਾ ਮਸਲਾ ਹੱਲ ਨਹੀਂ ਹੋਇਆ। ਕਦੇ ਵੀ ਇਹ ਧਾਰਨਾ ਨਾ ਬਣਾ ਕੇ ਚੱਲੋ ਕਿ ਮੱਥਾ ਟੇਕਣ ਚੱਲੇ ਆ। ਗੁਰਦੁਆਰਾ ਪੂਜਾ ਸਥਾਨ ਨਹੀਂ ਆ, ਸਾਧ ਸੰਗਤ ਚੇਤਾ ਰੱਖਿਓ। ਗੁਰਦੁਆਰਾ ਪੂਜਾ ਸਥਾਨ ਨਹੀਂ ਆ, ਗੁਰਦੁਆਰਾ ਲਰਨਿੰਗ ਸੈਂਟਰ ਆ। ਅੱਛਾ, ਦੂਜੀ ਗੱਲ, ਪੂਜਾ ਕੌਣ ਕਰਦਾ ਜੀ? ਪੂਜਕ, ਪੁਜਾਰੀ। ਹਾਂਜੀ, ਹੁਣ ਮੈਂ ਆਪ ਜੀ ਨੂੰ ਪੁੱਛਦਾ, ਤੁਸੀਂ ਪੁਜਾਰੀ ਹੋ ਕਿ ਸਿੱਖ ਹੋ? ਸਿੱਖ ਹੋ ਨਾ, ਪੁਜਾਰੀ ਤਾਂ ਨਹੀਂ ਨਾ। ਤੇ ਸਿੱਖ ਦਾ ਮਤਲਬ ਕੀ ਹੁੰਦਾ? ਸਿੱਖਣ ਵਾਲਾ। ਸਿੱਖਣ ਵਾਲਾ। ਅੱਜ ਮੱਥਾ ਟੇਕਿਆ ਆਪ ਜੀ ਨੇ ਗੁਰਦੁਆਰਾ ਸਾਹਿਬ, ਤੇ ਅੱਜ ਕੀ ਸਿੱਖਿਆ ਇੱਥੇ? ਆਪਣੇ ਆਪ ਨੂੰ ਪੁੱਛੋ। ਮਨਾ, ਮੈਂ ਸਿੱਖਣ ਗਿਆ ਸੀ, ਮੈਂ ਸਿੱਖ ਹਾਂ, ਮੈਂ ਸਿੱਖਣ ਵਾਲਾ ਆ, ਤੇ ਮੈਂ ਕੀ ਸਿੱਖ ਕੇ ਆਇਆ? ਕਿਹੜੀ ਨਵੀਂ ਚੀਜ਼ ਮੈਂ ਸਿੱਖ ਕੇ ਆਇਆ ਗੁਰਦੁਆਰਿਆਂ? ਮੈਂ ਫਿਰ ਬੇਨਤੀ ਕਰ, ਬੱਚਾ ਸਕੂਲ ਜਾਂਦਾ, ਬੱਚਾ ਸਪਸ਼ਟ ਆ, ਉਹਨੂੰ ਬਿਲਕੁਲ ਕਲੀਅਰ ਆ ਕਿ ਮੈਂ ਉੱਥੇ ਖਾਣ ਨਹੀਂ ਜਾ ਰਿਹਾ, ਮੈਂ ਉੱਥੇ ਸ਼ਾਪਿੰਗ ਕਰਨੀ ਜਾ ਰਿਹਾ, ਮੈਂ ਗਰੋਸਰੀ ਕਰਨੀ ਜਾ, ਮੈਂ ਪੜ੍ਹਨ ਚੱਲਿਆ। ਅਸੀਂ ਗੁਰਦੁਆਰੇ ਜਾਂਦੇ ਹਾਂ ਤੇ ਆਪਣੇ ਆਪ ਨੂੰ ਸਪਸ਼ਟ ਰੱਖੀਏ, ਮੈਂ ਗੁਰੂ ਤੋਂ ਸਿੱਖਣ ਜਾ ਰਿਹਾ, ਮੈਂ ਸਭ ਤੋਂ ਵੱਡੇ ਸਤਿਗੁਰੂ ਦੀ ਸੰਗਤ ਵਿੱਚ ਚੱਲਿਆ ਵਾਂ। ਉਹ ਸਤਿਗੁਰੂ ਜਿਹਦੇ ਤੋਂ ਵੱਡਾ ਕੋਈ ਵੀ ਨਹੀਂ, ਉਸ ਮਹਾਨ ਸਤਿਗੁਰੂ ਦੇ ਮਹਾਨ ਗੁਰਸਿੱਖਾਂ ਦੀ ਸੰਗਤ ਵਿੱਚ ਬੈਠਣ ਚੱਲਿਆ। ਉਹ ਜਿਹੜੇ ਮਹਾਨ ਗੁਰਸਿੱਖ ਨੇ, ਸੱਚ ਨੂੰ ਕਮਾਉਂਦੇ ਨੇ, ਉਹਨਾਂ ਦੀ ਸੇਵਾ ਕਰਨ ਚੱਲਿਆ। ਕੋਈ ਦੋ ਕੰਮ ਦੀਆਂ ਗੱਲਾਂ ਸਿੱਖ ਕੇ ਆਵਾਂਗਾ। ਸਪਸ਼ਟ ਕਰੀਏ ਆਪਣੇ ਆਪ ਨੂੰ ਤੇ ਬਿਲਕੁਲ ਕਲੀਅਰ ਕਰ ਲਈਏ ਕਿ ਇਹ ਜੋ ਦਰਬਾਰ ਸਾਹਿਬ ਹੈ ਨਾ ਗੁਰੂ ਸਾਹਿਬ ਦਾ, ਇੱਥੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ, ਇੱਥੇ ਕਿਸੇ ਬੰਦੇ ਦੀ ਨਹੀਂ ਚੱਲੇਗੀ। ਇਹ ਗੁਰੂ ਦਾ ਦਰਬਾਰ ਹੈ ਪਿਆਰਿਓ, ਇੱਥੇ ਗੁਰੂ ਦੀ ਚੱਲੇਗੀ। ਪਰ ਜੇ ਦਰਬਾਰ ਗੁਰੂ ਦਾ ਆ, ਚਲਦੀ ਬੰਦਿਆਂ ਦੀ ਆ। ਮੈਂ ਨਾ ਇੱਕ ਗੱਲ ਕਰਕੇ ਗੱਲ ਕਲੀਅਰ ਹੋ ਜਾਏਗੀ, ਸਪਸ਼ਟ ਹੋ ਜਾਏਗੀ। ਕਈ ਵਾਰੀ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਕੇ ਚਲਾਉਣੇ ਆਪਣੀਆਂ ਮਰਜ਼ੀਆਂ ਆਪਣੀਆਂ ਕਰਨੇ ਆ, ਉੱਥੇ ਗੁਰੂ ਮਹਾਰਾਜ ਦੀ ਵੀ ਅਸੀਂ ਬੇਅਦਬੀ ਕਰ ਦਿੰਦੇ ਹਾਂ। ਮੈਂ ਸੰਗਰੂਰ ਤੋਂ ਆਉਣਾ, ਰਿਆਸਤ ਜੀਂਦ ਦੀ ਰਾਜਧਾਨੀ ਪੈ ਜਾਂਦਾ ਉਹ ਉਹਨਾਂ ਵੇਲਿਆਂ 'ਚ, ਤੇ ਜੀਂਦ ਰਿਆਸਤ ਦੀ ਰਾਜਧਾਨੀ ਹੋਣ ਕਰਕੇ ਉਹਨਾਂ ਦਾ ਕਿਲ੍ਹਾ ਸੀ ਜਿਹੜਾ, ਉਹਦੇ ਪਰਿਵਾਰ ਦਾ ਟਿਕਾਣਾ ਸੀ ਜੀਂਦ ਰਿਆਸਤ ਦੇ ਸਰਦਾਰਾਂ ਦਾ, ਉਹ ਸੰਗਰੂਰ ਹੋਇਆ ਕਰਦਾ ਸੀ।
ਤੇ ਸਿੱਖੀ ਨਾਲ ਮਾੜਾ ਮੋਟਾ ਜੁੜੇ ਹੋਏ ਸਨ। ਤੇ ਰਣਵੀਰ ਸਿੰਘ ਰਾਜੇ ਦੇ ਘਰੋਂ ਉਸ ਦੀ ਪਤਨੀ ਸੀ ਮਹਾਰਾਣੀ ਜਸਵੰਤ ਕੌਰ, ਤੇ ਉਹ ਹਰ ਸਾਲ ਗੁਰੂ ਨਾਨਕ ਪਾਤਸ਼ਾਹ ਦਾ ਪੁਰਬ ਮਨਾਉਂਦੇ ਹੁੰਦੇ ਸੀ ਆਪਣੇ ਘਰ, ਆਪਣੇ ਕਿਲੇ 'ਚ। ਗੁਰਬਾਣੀ ਦਾ ਪਾਠ ਹੁੰਦਾ ਸੀ, ਕੀਰਤਨ ਸਮਾਗਮ ਹੁੰਦਾ ਸੀ। ਤੇ ਇੱਕ ਵਾਰੀ ਉਹਨਾਂ ਨੇ ਪ੍ਰੋਗਰਾਮ ਰੱਖਿਆ ਘਰ, ਤੇ ਸਾਡੇ ਸੰਗਰੂਰ ਤੋਂ ਸਿੱਖ ਪੰਥ ਦੀ ਮਾਇਨਾਜ਼ ਤੇ ਬਹੁਤ ਸਤਿਕਾਰਤ ਹਸਤੀ ਸੰਤ ਅਤਰ ਸਿੰਘ ਮਸਤੂਆਣਾ ਸਾਹਿਬ, ਉਹਨਾਂ ਨੂੰ ਇਨਵਾਈਟ ਕੀਤਾ ਕਿ ਪ੍ਰੋਗਰਾਮ ਤੁਸੀਂ ਕਰੋ ਸਾਰਾ। ਉਹਨਾਂ ਕੀਤਾ ਜੀ। ਗੁਰਬਾਣੀ ਦਾ ਪਾਠ ਹੋਇਆ, ਕੀਰਤਨ ਚੱਲ ਰਿਹਾ, ਸੰਗਤ ਬੈਠੀ ਸੁਣ ਰਹੀ ਹੈ, ਗੁਰਬਾਣੀ ਦੇ ਸ਼ਬਦ ਗਾਵੇ ਜਾ ਰਹੇ ਨੇ, ਗੁਰਬਾਣੀ ਦਾ ਉਪਦੇਸ਼ ਦ੍ਰਿੜ ਕਰਵਾਇਆ ਜਾ ਰਿਹਾ। ਹੁਣ ਸਮਝੋ, ਕਈ ਵਾਰੀ ਪ੍ਰਕਾਸ਼ ਅਸੀਂ ਮਹਾਰਾਜ ਦਾ ਕਰ ਲੈਣਾ, ਚਲਾਉਣੇ ਅਸੀਂ ਆਪਣੀਆਂ, ਤੇ ਫਿਰ ਕਹਿੰਦੇ ਅਸੀਂ ਗੁਰੂ ਦਾ ਦਰਬਾਰ। ਉਹ ਕੀਰਤਨ ਕਰ ਰਹੇ ਨੇ, ਸ਼ਬਦ ਪੜ੍ਹ ਰਹੇ ਨੇ। ਜਿਵੇਂ ਸਾਹਮਣੇ ਦਰਵਾਜ਼ਾ, ਇੱਥੇ ਮਹਾਰਾਜ ਦਾ ਪ੍ਰਕਾਸ਼ ਹੈ, ਉਹਨਾਂ ਨੇ ਆਪਣੇ ਲਾਨ ਦੇ ਵਿੱਚ ਪ੍ਰਕਾਸ਼ ਕੀਤਾ ਹੋਇਆ ਸੀ, ਸਾਹਮਣੇ ਮੁੱਖ ਦਰਵਾਜ਼ਾ ਸੀ, ਤੇ ਦੋਵੇਂ ਪਾਸੇ ਅੜਦਲੀ ਖੜੇ ਸਨ ਦਰਬਾਨ ਦਰਵਾਜ਼ੇ। ਕੀਰਤਨ ਕਰਦਿਆਂ, ਸ਼ਬਦ ਪੜ੍ਹਦਿਆਂ ਬਾਬਾ ਜੀ ਦੀ ਨਿਗਾਹ ਪਈ, ਸਾਹਮਣੇ ਨਾ ਇੱਕ ਪ੍ਰੇਮੀ ਅੰਦਰ ਆਉਣਾ ਚਾਹੁੰਦਾ ਹੈ, ਸੰਗਤ ਕਰਨੀ ਚਾਹੁੰਦਾ ਹੈ, ਕੀਰਤਨ ਸੁਣਨਾ ਚਾਹੁੰਦਾ ਹੈ, ਗੁਰਬਾਣੀ ਸੁਣਨੀ ਚਾਹੁੰਦਾ, ਤੇ ਦਰਬਾਨ ਉਹਨੂੰ ਧੱਕਾ ਦੇ ਕੇ ਮੋੜ ਦਿੰਦੇ ਆ। ਤੇ ਬਾਬਾ ਜੀ ਨੇ ਉੱਥੇ ਹੀ ਕੀਰਤਨ ਦੀ ਸਮਾਪਤੀ ਕਰਕੇ ਖੜੇ ਹੋ ਕੇ ਹੱਥ ਜੋੜ ਕੇ ਆਖਿਆ, ਭਾਈ ਰਣਵੀਰ ਸਿਆਂ, ਉਹ ਤੇ ਸੁਣਦਾ ਨਹੀਂ ਸੀ ਉਹਨੂੰ। ਉਹਦੀ ਪਤਨੀ ਜਸਵੰਤ ਕੌਰ ਮਹਾਰਾਣੀ ਕਹਿੰਦੇ, ਭਾਈ ਮੈਂ ਸੋਚਿਆ ਸੀ, ਮੈਨੂੰ ਭੁਲੇਖਾ ਪਿਆ ਕਿ ਸ਼ਾਇਦ ਇਹ ਗੁਰੂ ਦਾ ਦਰਬਾਰ ਹੈ, ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ, ਤਦੇ ਅਸੀਂ ਪਾਠ ਕੀਤਾ, ਤਦੇ ਅਸੀਂ ਕੀਰਤਨ ਕੀਤਾ, ਪਰ ਜੋ ਸਾਹਮਣੇ ਮੇਰੀਆਂ ਅੱਖਾਂ ਦੇ ਵਾਪਰਿਆ ਨਾ, ਇਹ ਗੁਰੂ ਦਾ ਨਹੀਂ ਹੈ, ਇਹ ਤੁਹਾਡਾ ਵਾ, ਤੇ ਮੈਂ ਹੱਥ ਜੋੜ ਕੇ ਮੁਆਫੀ ਮੰਗਦਾ। ਅੱਜ ਮੇਰੇ ਤੋਂ ਇੱਕ ਰਾਜੇ ਦੇ ਦਰਬਾਰ 'ਚ ਗੁਰੂ ਦੀ ਉਸਤਤ ਗਾਈ ਗਈ, ਇੱਕ ਸਰੀਰ, ਇੱਕ ਮਨੁੱਖ ਦੇ ਦਰਬਾਰ 'ਚ ਮੈਂ ਕੀਰਤਨ ਕਰ ਬੈਠਿਆ। ਤੇ ਮੈਂ ਇੱਥੇ ਹੀ ਸਮਾਪਤੀ ਕਰਨ ਲੱਗਿਆ ਵਾਂ। ਜਥੇ ਦੇ ਸਿੰਘਾਂ ਨੂੰ ਆਖਦਾ ਹਾਂ ਕਿ ਦੀਵਾਨ ਦੀ ਸਮਾਪਤੀ ਗੁਰੂ ਮਹਾਰਾਜ ਜੀ ਦਾ ਸੁਖਾਸਨ ਕਰ ਦਿਓ, ਅਰਦਾਸ ਬੇਨਤੀ ਕਰਕੇ ਇੱਥੋਂ ਚਾਲਾ ਪਾਉਣਾ ਤੇ ਮੁੜ ਨਹੀਂ ਆਉਣਾ। ਪਰਿਵਾਰ ਪੁੱਛਣ ਲੱਗਿਆ, ਜੀ ਕੀ ਹੋਇਆ? ਆਹ ਸੰਗਤ ਹੈ ਨਾ ਜਿਹੜੀ, ਇੱਥੇ ਆਉਣ ਤੋਂ ਤੁਸੀਂ ਕਿਸੇ ਨੂੰ ਰੋਕ ਸਕਦੇ ਆ? ਉਹ ਕਹਿੰਦੇ, ਜੀ ਸਾਡਾ ਕਿਲਾ, ਸਾਡਾ ਕਿਲਾ, ਸਾਡੀ ਆਗਿਆ ਨਾਲ ਬੰਦਾ ਅੰਦਰ ਆਏਗਾ ਨਾ। ਬਾਬਾ ਜੀ ਕਹਿੰਦੇ, ਆਹੀ ਤੇ ਤੁਹਾਨੂੰ ਸਮਝਾਉਣਾ ਸੀ ਕਿ ਤੁਸੀਂ ਪ੍ਰਕਾਸ਼ ਤੇ ਗੁਰੂ ਗ੍ਰੰਥ ਸਾਹਿਬ ਦਾ ਕਰ ਲਿਆ, ਆਖ ਤੇ ਤੁਸੀਂ ਇਹ ਰਹੇ ਹੋ ਗੁਰੂ ਦਾ ਦਰਬਾਰ, ਗੁਰੂ ਦਾ ਪੁਰਬ, ਚਲਾ ਤੁਸੀਂ ਆਪਣੀ ਰਹੇ ਹੋ ਸਾਡਾ। ਜਿਹਨੂੰ ਅਸੀਂ ਆਖਾਂਗੇ ਉਹ ਆਏਗਾ, ਜਿਹਨੂੰ ਅਸੀਂ ਆਖਾਂਗੇ ਉਹ ਨਹੀਂ ਆਏਗਾ, ਜੋ ਅਸੀਂ ਆਖਾਂਗੇ ਉਹ ਹੋਏਗਾ, ਜੋ ਅਸੀਂ ਨਹੀਂ ਆਖਾਂਗੇ ਉਹ ਨਹੀਂ ਹੋਏਗਾ, ਜਿਹੜਾ ਸ਼ਬਦ ਆਖਾਂਗੇ ਉਹ ਪੜ੍ਹੋ। ਉਹ ਕਹਿੰਦੇ, ਸਾਡੇ ਤੋਂ ਇਹ ਨਹੀਂ ਹੋਣਾ ਭਾਈ, ਅਸੀਂ ਤੁਹਾਡੇ ਗੁਲਾਮ ਨਹੀਂ ਹਾਂ, ਅਸੀਂ ਤੁਹਾਡੇ ਬੰਨੇ ਨਹੀਂ ਹਾਂ, ਅਸੀਂ ਗੁਰੂ ਦੇ ਸਿੱਖ ਹਾਂ, ਗੁਰੂ ਦੀ ਕੀਰਤੀ ਕਰਨ ਵਾਲਿਆਂ, ਗੁਰੂ ਦੀ ਵਡਿਆਈ ਕਰਨ ਵਾਲਿਆਂ, ਸਾਹਿਬ ਦੀ ਵਡਿਆਈ ਕਰਨੀ ਆ। ਸੋ ਕਹਿਣ ਤੋਂ ਭਾਵ ਨੁਕਤਾ ਸਮਝਿਓ ਪਿਆਰਿਓ, ਕਈ ਵਾਰੀ ਪ੍ਰਕਾਸ਼ ਅਸੀਂ ਗੁਰੂ ਮਹਾਰਾਜ ਦਾ ਕਰ ਲੈਂਦੇ ਹਾਂ ਤੇ ਚਲਾਉਣੇ ਅਸੀਂ ਆਪਣੀ ਆ। ਕਹਿੰਦੇ ਐਂ ਹੋਵੇ, ਸਾਡੇ ਅਨੁਸਾਰ ਹੋਵੇ। ਨਹੀਂ ਭਾਈ, ਜਦੋਂ ਦਰਬਾਰ ਆਪਣੇ ਘਰੇ ਜੋ ਮਰਜ਼ੀ ਕਰ ਲਓ, ਪਰ ਗੁਰੂ ਦੇ ਦਰਬਾਰ 'ਚ ਗੁਰੂ ਦੀ ਗੱਲ, ਗੁਰੂ ਦੇ ਦਰਬਾਰ 'ਚ ਸਾਡਾ ਬਾਦਸ਼ਾਹ, ਸਾਡਾ ਪਾਤਸ਼ਾਹ, ਸਾਡਾ ਮਾਲਕ, ਸਾਡਾ ਰੱਬ, ਸਾਡਾ ਸਭ ਕੁਝ ਗੁਰੂ ਹੈ। ਗੁਰੂ ਤੋਂ ਵੱਡਾ ਕੋਈ ਨਹੀਂ ਗੁਰੂ ਦੇ ਦਰਬਾਰ 'ਚ। ਸਭ ਤੋਂ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ, ਸਭ ਤੋਂ ਵੱਡਾ ਸਤਿਗੁਰੂ ਆ। ਤੇ ਅਸੀਂ ਸਤਿਗੁਰੂ ਦੀ ਗੱਲ ਸੁਣੀਏ, ਸਤਿਗੁਰੂ ਦੀ ਗੱਲ ਸਮਝੀਏ। ਮੈਂ ਫਿਰ ਤੋਂ ਜਿੱਥੋਂ ਗੱਲ ਸ਼ੁਰੂ ਕੀਤੀ ਸੀ ਉਸ ਨੁਕਤੇ ਤੇ ਆਵਾਂ। ਘਰੋਂ ਤੁਰੋ, ਟਾਈਮ ਵੀ ਕੱਢ ਰਹੇ ਹੋ, ਸਮਾਂ ਵੀ ਕੱਢ ਰਹੇ ਹੋ। ਇਸ ਸਮੇਂ ਤੁਸੀਂ ਕੁਝ ਹੋਰ ਵੀ ਕਰ ਸਕਦੇ ਹੋ, 4 ਪੈਸੇ ਵੀ ਕਮਾ ਸਕਦੇ ਹੋ ਘੰਟਾ ਲਾ ਕੇ, ਪਰ ਉਹ ਸਾਰੀਆਂ ਚੀਜ਼ਾਂ ਛੱਡ ਕੇ ਗੁਰਦੁਆਰਾ ਸਾਹਿਬ ਆਉਣ ਨੂੰ ਚੁਣਦੇ ਹੋ। ਤੇ ਉਸ ਵੇਲੇ ਸਪਸ਼ਟ ਹੋਵੋ ਕਿ ਮੈਂ ਜਾਵਾਂਗਾ, ਕੁਝ ਸਿੱਖ ਕੇ ਆਵਾਂਗਾ। ਜੇ ਮੈਨੂੰ ਸਿੱਖਣ ਨੂੰ ਨਾ ਮਿਲਿਆ, ਮੈਂ ਬੇਬਾਕੀ ਨਾਲ ਉੱਥੇ ਗਿਆਨੀ ਨੂੰ, ਉਹਨਾਂ ਦੇ ਭਾਈ ਨੂੰ,
ਉਹਨਾਂ ਦੇ ਪ੍ਰਬੰਧਕ ਨੂੰ ਕਹਿ ਕੇ ਆਵਾਂਗਾ ਕਿ ਮੈਂ ਕੰਮ ਛੱਡ ਕੇ ਆਇਆ ਸੀ, ਘੰਟਾ ਕੰਮ ਕਰਦਾ ਮੈਨੂੰ ਇੰਨੇ ਡਾਲਰ ਬਣਦੇ, ਪਰ ਮੈਂ ਸਾਰੀਆਂ ਚੀਜ਼ਾਂ ਛੱਡ ਕੇ ਕੋਈ ਗੁਰਮਤ ਦੀ ਗੱਲ ਸਿੱਖਣ ਆਇਆ ਸੀ। ਮੈਂ ਇੱਥੇ ਅੱਧਾ ਘੰਟਾ ਬੈਠਿਆ, ਮੈਂ ਘੰਟਾ ਬੈਠਿਆ, ਮੈਨੂੰ ਕੱਖ ਨਹੀਂ ਸਿਖਾਇਆ ਗਿਆ, ਗੁਰਬਾਣੀ ਦੀ ਕੋਈ ਗੱਲ ਨਹੀਂ ਮੈਨੂੰ ਦੱਸੀ ਗਈ। ਕਿਉਂ ਭਾਈ, ਇਹ ਤੁਸੀਂ ਕਿਉਂ ਕਰਦੇ ਹੋ? ਜਿਸ ਦਿਨ ਪਿਆਰਿਓ ਤੁਸੀਂ ਪੁੱਛਣ ਲੱਗ ਪਏ ਨਾ, ਉਸ ਦਿਨ ਗੁਰਦੁਆਰੇ ਦੇ ਅੰਦਰ ਗੁਰੂ ਦੀ ਗੱਲ ਹੋਣ ਲੱਗ ਪਏਗੀ। ਜਿਸ ਦਿਨ ਸੰਗਤ ਸੁਚੇਤ ਹੋ ਗਈ, ਉਸ ਦਿਨ ਗੁਰੂ ਘਰਾਂ 'ਚੋਂ ਮਨਮਤਾਂ ਬੰਦ ਹੋ ਜਾਣਗੀਆਂ। ਉਸ ਦਿਨ ਗੁਰੂ ਘਰ 'ਚੋਂ ਪਖੰਡ ਹੋਣੇ ਬੰਦ ਹੋ ਜਾਣਗੇ, ਕਰਮਕਾਂਡ ਹੋਣੇ ਬੰਦ ਹੋ ਜਾਣਗੇ। ਕਿ ਅਸੀਂ ਤੇ ਇਹ ਸਮਝਣਾ ਚਾਹੁੰਦੇ ਹਾਂ, ਜਿਸ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ ਉਹ ਗੁਰੂ ਗ੍ਰੰਥ ਸਾਹਿਬ ਕਹਿੰਦੇ ਕੀ ਨੇ। ਸਾਨੂੰ 10 ਮਿੰਟਾਂ 'ਚ, 20 ਮਿੰਟਾਂ 'ਚ, ਅੱਧੇ ਘੰਟੇ 'ਚ ਇਹ ਸਿਖਾ ਲਓ। ਇਹ ਕਲੀਅਰ ਕਰ ਲਓ ਆਪਣੇ ਆਪ ਨੂੰ, ਬਿਲਕੁਲ ਸਪਸ਼ਟ ਹੋ ਜਾਓ ਇਸ ਨੁਕਤੇ ਤੇ ਕਿ ਅਸੀਂ ਗੁਰਦੁਆਰਾ ਸਾਹਿਬ ਚੱਲੇ ਹਾਂ, ਸਿੱਖਣ ਚੱਲੇ ਹਾਂ। ਤੇ ਜੋ ਸਭ ਤੋਂ ਵੱਡਾ ਹੈ, ਅਸੀਂ ਉਸ ਨੂੰ ਮੱਥਾ ਵੀ ਟੇਕਣਾ। ਜੋ ਸਭ ਤੋਂ ਵੱਡਾ ਹੈ, ਅਸੀਂ ਉਸ ਦੀ ਪਰਿਕਰਮਾ ਵੀ ਕਰਨੀ, ਕਿਉਂਕਿ ਸਾਡਾ ਗੁਰੂ ਤੋਂ ਬਿਨਾਂ ਹੈ ਕੋਈ ਨਹੀਂ ਹੋਰ। ਇਸ ਲਈ ਅਸੀਂ ਆਪਣੀ ਅਰਦਾਸ ਵੀ ਗੁਰੂ ਅੱਗੇ ਕਰਨੀ, ਆਪਣਾ ਦੁੱਖ ਸੁੱਖ ਵੀ ਗੁਰੂ ਨਾਲ ਕਰਨਾ ਵਾ, ਪਰ ਸਾਡਾ ਮੁੱਖ ਟੀਚਾ ਗੁਰੂ ਤੋਂ ਸਿੱਖਣਾ ਆ। ਮੈਂ ਇੱਕ ਦਿਨ ਬੇਨਤੀ ਕੀਤੀ ਸੀ, ਰਿਪੀਟ ਕਰਦੇ ਹਾਂ, ਕੋਈ ਪ੍ਰੋਬਲਮ ਹੋਵੇ ਤੁਹਾਨੂੰ, ਤੁਸੀਂ ਕਾਉਂਸਲਰ ਕੋਲ ਜਾਓ। ਕੋਈ ਬਿਮਾਰੀ ਲੱਗੀ ਆ, ਡਾਕਟਰ ਕੋਲ ਗਏ, ਜਾ ਕੇ ਅਸੀਂ ਬੈਠਦੇ ਹਾਂ, ਅਪਾਇੰਟਮੈਂਟ ਲੈ ਕੇ ਗਾ। ਅਸੀਂ ਸਭ ਤੋਂ ਪਹਿਲਾਂ ਆਪਣੀ ਬਿਰਥਾ ਸੁਣਾਉਂਦੇ ਹਾਂ ਉਸ ਨੂੰ, ਡਾਕਟਰ ਨੂੰ, ਕਿ ਮੇਰੇ ਨਾਲ ਜੀ ਇੱਦਾਂ ਸਿਰ 'ਚ ਪੀੜ ਹੁੰਦੀ ਆ, ਜਾਂ ਮੈਨੂੰ ਇੱਦਾਂ ਮਹਿਸੂਸ ਵੀਕਨੈਸ ਹੋ ਰਹੀ ਆ, ਜਾਂ ਮੇਰੇ ਇੱਦਾਂ ਕਮਰ ਦਰਦ ਹੋ ਰਿਹਾ ਵਾ, ਹੈ ਨਾ, ਗੋਡਿਆਂ 'ਚ, ਜੋ ਵੀ ਆ। ਤੁਸੀਂ ਆਪਣੀ ਸਮੱਸਿਆ ਉਹਨੂੰ 5 ਮਿੰਟ 10 ਮਿੰਟ ਲਾ ਕੇ ਦੱਸੋ ਸਾਰੀ। ਉਹਨੇ ਸੁਣ ਲਈ, ਸੁਣ ਲਈ, ਅਤੇ ਸੁਣ ਕੇ ਹੁਣ ਉਹਨੇ ਆਪਣੀ ਕਾਗਜ਼ ਲਿਆ, ਆਪਣਾ ਪੈਨ ਲਿਆ, ਅਤੇ ਹੁਣ ਉਹ ਤੁਹਾਡੇ ਲਈ ਲਿਖਣ ਲੱਗਿਆ ਦਵਾਈ ਬੂਟੀ। ਹੁਣ ਤੁਹਾਨੂੰ ਇਲਾਜ ਦੱਸਣ ਲੱਗਿਆ। ਤੁਸੀਂ ਨਾ ਉਹਦੇ ਤੋਂ ਪਰਚੀ ਲਈ, ਨਾ ਉਹ ਤੋਂ ਇਲਾਜ ਸੁਣਿਆ, ਆਪਣੀ ਦੱਸੀ, ਉੱਠ ਕੇ ਤੁਰ ਕੇ ਆ ਗਏ। ਡਾਕਟਰ ਵੀ ਤੁਹਾਡੇ ਵੱਲ ਝਾਕੇਗਾ ਤਾਂ ਸੀ ਨਾ ਵੀ ਬੰਦਾ ਕਮਾਲ ਦਾ। ਅਸੀਂ ਗੁਰੂ ਕੋਲ ਆਉਂਦੇ ਹਾਂ, ਆਪਣਾ ਦੁੱਖ ਰੋ ਦਿੰਦੇ ਹਾਂ ਸਾਹਮਣੇ ਖੜ੍ਹ ਕੇ, ਆਪਣੀ ਅਰਦਾਸ ਕਰ ਦਿੰਦੇ ਹਾਂ, ਮੁੜ ਕੇ ਅਸੀਂ ਗੁਰੂ ਤੋਂ ਪੁੱਛਦੇ ਨਹੀਂ ਵੀ ਮਹਾਰਾਜ ਹੁਣ ਇਹਦਾ ਹੱਲ ਵੀ ਦੱਸੋ ਕੋਈ। ਜੇ ਗੁਰੂ ਸਾਹਿਬ ਦੱਸਦੇ ਆਪਣੇ ਮੁੱਖ ਵਾਕ 'ਚੋਂ, ਆਪਣੇ ਹੁਕਮਨਾਮੇ 'ਚੋਂ, ਉਹ ਅਸੀਂ ਸੁਣਦੇ ਨਹੀਂ, ਉਹ ਸਮਝਦੇ ਨਹੀਂ ਅਸੀਂ। ਤਾਂ ਪਿਆਰਿਓ ਥੋੜ੍ਹਾ ਜਿਹਾ ਸਿਆਣੇ ਬਣ ਜਾਈਏ, ਸਮਝਦਾਰ ਬਣ ਜਾਈਏ। ਸੁੱਖ ਹੈ। ਵਿਚਾਰ ਲੜੀ ਆਸਾ ਰਾਗ, ਸ਼ਬਦ ਬਾਬਾ ਰਵਿਦਾਸ ਮਹਾਰਾਜ ਜੀ ਦੇ 6 ਸ਼ਬਦ ਉਹਨਾਂ ਦੇ ਦਰਜ ਹਨ ਆਸਾ ਰਾਗ ਦੇ ਅੰਦਰ। ਕੱਲ੍ਹ ਆਪਾਂ ਪਹਿਲਾ ਸ਼ਬਦ ਵਿਚਾਰਿਆ ਸੀ, ਵਿਵੇਕ ਦੀਪ ਮਲੀਨ। ਅਗਿਆਨਤਾ ਕਰਕੇ ਸਾਡੇ ਅੰਦਰ ਦਾ ਜੋ ਵਿਵੇਕ ਦਾ ਦੀਵਾ ਆ ਉਹ ਮੈਲਾ ਹੋ ਜਾਂਦਾ, ਸਮਝ ਨਹੀਂ ਰਹਿੰਦੀ। ਤੇ ਹੁਣ ਇਹ ਦੀਵਾ ਜਗੇ ਕਿਵੇਂ? ਦੀਵਾ ਬਲੇ ਹਨੇਰਾ ਜਾਏ, ਇਹ ਦੀਵਾ ਅੰਦਰ ਬਲੇ ਕਿਵੇਂ, ਚਾਨਣ ਕਿਵੇਂ ਹੋਵੇ ਸੁਰਤ ਵਿੱਚ, ਅਗਿਆਨਤਾ ਵਿੱਚੋਂ ਨਿਕਲ ਜਾਈਏ। ਉਹਦਾ ਬੜਾ ਖੂਬਸੂਰਤ ਤਰੀਕਾ ਗੁਰੂ ਮਹਾਰਾਜ ਨੇ ਸਾਨੂੰ ਦੱਸਿਆ। ਕਹਿਣ ਲੱਗੇ, ਸੰਤ ਚੀ ਸੰਗਤ, ਸੰਤ ਕਥਾ ਰਸ, ਸੰਤ ਪ੍ਰੇਮ, ਮਾਝੈ ਦੀਜੈ, ਦੇਵਾਂ ਦੇਵ ਰਹਾਉ। ਸੰਤ ਚੀ ਸੰਗਤ, ਇੱਥੇ ਸੰਤ ਦਾ ਅਰਥ ਹੈ ਸੱਚ ਨੂੰ ਪਿਆਰ ਕਰਨ ਵਾਲੇ ਰੱਬ ਦੇ ਪਿਆਰੇ, ਜੋ ਉਸ ਦੇ ਮਿਲਾਪ ਦੇ ਰਾਹ ਤੇ ਤੁਰੇ ਹੋਏ ਨੇ, ਜੋ ਉਹਨੂੰ ਮਿਲ ਗਏ ਨੇ, ਉਹਦਾ ਰੂਪ ਹੋ ਗਏ ਨੇ, ਜਿਨ੍ਹਾਂ 'ਚ ਤੇ ਪਰਮੇਸ਼ਰ 'ਚ ਭੇਦ ਨਹੀਂ, ਜਿਨ੍ਹਾਂ ਦੀ ਗੱਲ ਅੰਤਲੀ ਤੁਕ ਵਿੱਚ ਬਾਬਾ ਰਵਿਦਾਸ ਜੀ ਨੇ ਕੀਤੀ, ਸੰਤ ਅਨੰਤ ਹੈ ਅੰਤਰ ਨਾਹੀ। ਜਿਨ੍ਹਾਂ ਵਿੱਚ ਤੇ ਅਨੰਤ 'ਚ ਅੰਤਰ ਨਹੀਂ, ਜਿਹੜੇ ਉਸ ਦਾ ਰੂਪ ਹੋ ਗਏ। ਮਹਾਰਾਜ ਬਾਣੀ 'ਚੋਂ ਕਹਿੰਦੇ, ਹਰ ਕਾ ਸੇਵਕ ਸੋ ਹਰ ਜਿਹਾ, ਭੇਦ ਨਾ ਜਾਣੋ ਮਾਨਸ ਦੇਹਾ। ਜਿਨ੍ਹਾਂ 'ਚ ਫਰਕ ਕੋਈ ਨਹੀਂ, ਜਿਹੜੇ ਉਹਦਾ ਰੂਪ ਹੋ ਗਏ, ਜਿਹੜੇ ਸੱਚ ਮਾਰਗ ਦੇ ਉੱਪਰ ਤੁਰ ਪਏ ਤੇ ਆਪਣੀ ਮੰਜ਼ਿਲ ਨੂੰ ਪ੍ਰਾਪਤ ਹੋ ਗਏ। ਸੰਤ ਚੀ ਸੰਗਤ, ਉਹਨਾਂ ਸਤ ਸੰਗੀਆਂ ਦੀ ਸੰਗਤ ਮਿਲੇ, ਸੁਹਬਤ ਮਿਲੇ ਮੈਨੂੰ। ਮੈਂ ਉਹਨਾਂ ਕੋਲ ਬੈਠਾ। ਗੁਰਬਾਣੀ ਦਾ ਨਾ ਇੱਕ ਬੜਾ ਦ੍ਰਿੜ ਵਿਸ਼ਵਾਸ ਹੈ, ਗੁਰੂ ਸਾਹਿਬ ਦੀ ਇੱਕ ਬੜੀ ਵੱਡੀ ਸਾਨੂੰ ਇਹ ਹਦਾਇਤ ਆ ਕਿ ਅਸੀਂ ਸੰਗਤ ਕਰਿਆ ਕਰੀਏ ਚੰਗਿਆਂ ਦੀ, ਚੰਗੇ ਭਲੇ ਪੁਰਖਾਂ ਦੀ ਸੰਗਤ, ਜੋ ਭਲੇ ਲੋਕ ਨੇ ਨਾ, ਉਹਨਾਂ ਦੀ ਸੰਗਤ ਅਸੀਂ ਕਰਿਆ ਕਰੀਏ। ਗੁਰਬਾਣੀ 'ਚ ਥਾਂ ਥਾਂ ਤੇ ਆਖਿਆ ਗਿਆ, ਸੰਗਤ ਕਰੋ, ਸੰਗਤ, ਕੁਸੰਗਤ ਤੋਂ ਬਚੋ, ਕੁਸੰਗਤ ਤੋਂ ਬਚੋ, ਸੰਗਤ ਕਰੋ।
ਜਦੋਂ ਅਸੀਂ ਸੰਗਤ 'ਚ ਬੈਠਦੇ ਹਾਂ ਨਾ, ਭਲੇ ਲੋਕਾਂ ਦੀ ਸੰਗਤ 'ਚ ਬੈਠਦੇ, ਉੱਥੇ ਜੋ ਚੰਗੀ ਗੱਲ ਹੁੰਦੀ ਉਹਨੂੰ ਸੁਣਦੇ ਹਾਂ, ਸਮਝਦੇ ਹਾਂ, ਪਹਿਲੀ ਵਾਰ 'ਚ ਉਹ 100% ਅਸਰ ਨਹੀਂ ਕਰੇਗੀ ਸਾਡੇ ਤੇ। 1% ਵੀ ਕਰਦਾ, 0.1% ਵੀ ਅਸਰ ਕਰਦਾ ਤਾਂ ਵੀ ਭਲਾ ਆ, ਪਰ ਹੋਇਆ ਤੇ ਸਹੀ ਨਾ, ਮਨ ਨੂੰ ਕੋਈ ਸਮਝ ਤੇ ਆਈ ਨਾ। ਤੇ ਅਗਲੇ ਦਿਨ ਸੰਗਤ ਕੀਤੀ, ਥੋੜਾ ਵੱਧ ਅਸਰ ਹੋਇਆ, ਦੂਜੇ ਦਿਨ ਸੰਗਤ ਕੀਤੀ, ਹੋਰ ਵੱਧ ਅਸਰ ਹੋਇਆ। ਸੰਗਤ ਕਰਦੇ ਕਰਦੇ ਪਤਾ ਹੀ ਨਹੀਂ ਚੱਲੇਗਾ ਪਿਆਰਿਓ ਕਿ ਕਦੋਂ ਅਸੀਂ ਸੰਗਤੀਆਂ ਦਾ ਹੀ ਰੂਪ ਹੋ ਜਾਵਾਂਗੇ। ਤੇ ਸਿੱਖ ਇਤਿਹਾਸ ਐਸੀਆਂ ਉਦਾਹਰਨਾਂ ਨਾਲ ਭਰਿਆ ਪਿਆ। ਭਾਈ ਕੌਡਾ ਜੀ, ਭਾਈ ਸੱਜਣ ਜੀ, ਭਾਈ ਬਿਧੀ ਚੰਦ ਜੀ, ਭਾਈ ਮਾਧੋ ਦਾਸ ਜੀ, ਇਹ ਉਹ ਮਹਾਨ ਸ਼ਖਸੀਅਤਾਂ ਨੇ ਜਿਨ੍ਹਾਂ ਨੂੰ ਸੰਗਤ ਨੇ ਤਾਰ ਦਿੱਤਾ। ਗੁਰੂ ਮਹਾਰਾਜ ਕਹਿੰਦੇ ਸੰਗਤ ਕਾ ਗੁਣ ਬਹੁਤ ਅਧਿਕਾਈ, ਪੜ ਸੂਆ ਗਨਕ ਉਧਾਰੇ। ਬੜਾ ਵੱਡਾ ਗੁਣ ਹੈ ਸਾਧ ਸੰਗਤ, ਸੰਗਤ ਕਰਨ ਦਾ। ਤੇ ਅੱਜ ਦੇ ਸ਼ਬਦ ਵਿੱਚੋਂ, ਅੱਜ ਆਪ ਜੀ ਆਏ ਹੋ ਨਾ, ਅੱਜ ਸਿੱਖ ਕੇ ਜਾਣਾ ਕਿ ਗੁਰੂ ਮਹਾਰਾਜ ਜੀ ਦੀ ਸੰਗਤ ਵਿੱਚ ਅਸੀਂ ਬੈਠੇ ਸੀ ਤੇ ਪਾਤਸ਼ਾਹ ਨੇ ਸਾਨੂੰ ਸਿਖਾ ਲਿਆ ਕਿ ਭਲੇ ਲੋਕਾਂ ਦੀ ਸੰਗਤ ਕਰਿਆ ਕਰੀਏ, ਚੰਗੇ ਲੋਕਾਂ ਦੀ ਤਲਾਸ਼ ਕਰੀਏ, ਉਹਨਾਂ ਨਾਲ ਬੈਠਣਾ ਉੱਠਣਾ ਸ਼ੁਰੂ ਕਰੀਏ, ਚੰਗੀਆਂ ਗੱਲਾਂ ਕਰਨੀਆਂ ਸ਼ੁਰੂ ਕਰੀਏ। ਮਹਾਰਾਜ ਕਹਿਣ ਲੱਗੇ ਸੰਤ ਜੀ ਸੰਗਤ ਸੰਤ ਕਥਾ ਰਸ। ਸੰਤ ਕਥਾ, ਜਿਹੜੀ ਕਥਾ, ਜਿਹੜਾ ਉਪਦੇਸ਼, ਜਿਹੜੀ ਗੱਲ, ਕਥਾ ਦਾ ਮਤਲਬ ਇਹ ਨਹੀਂ ਜੋ ਮੈਂ ਬੋਲ ਰਿਹਾ ਵਾਂ, ਇਹ ਤੇ ਇੱਕ ਗੁਰਦੁਆਰਾ ਸਾਹਿਬ ਦੇ ਨਿਤਨੇਮ ਦਾ ਹਿੱਸਾ ਆ। ਕਥਾ ਦਾ ਅਰਥ ਆ ਗੱਲਾਂ ਬਾਤਾਂ, ਉਪਦੇਸ਼, ਸਿੱਖਿਆ। ਜਿਹੜੀਆਂ ਗੱਲਾਂ ਰੱਬ ਦੇ ਪਿਆਰੇ ਕਰਦੇ ਆ ਨਾ, ਸਾਨੂੰ ਰਸ ਆਉਣ ਲੱਗ ਜਾਏ, ਮਤਲਬ ਸਵਾਦ ਆਉਣ ਲੱਗ ਜਾਏ, ਚੰਗੀਆਂ ਲੱਗਣ ਲੱਗ ਜਾਣ, ਤੇ ਸਾਡਾ ਅੰਤਰਾਤਮਾ ਧੂ ਪਾਵੇ, ਸਾਨੂੰ ਖਿੱਚ ਪਾਵੇ ਕਿ ਅਸੀਂ ਅੱਜ ਵੀ ਜਾ ਕੇ ਬੈਠੀਏ, ਅੱਜ ਵੀ ਜਾ ਕੇ ਬੈਠੀਏ। ਇਹ ਇੱਦਾਂ ਦਾ ਪ੍ਰੇਮ ਸਾਡੇ ਅੰਦਰ ਬਣ ਜਾਏ। ਮਹਾਰਾਜ ਅੱਗੋਂ ਕਹਿਣ ਲੱਗੇ ਸੰਤ ਪ੍ਰੇਮ ਮਾਝੈ ਦੀਜੈ। ਗੁਰਮੁਖ ਪਿਆਰਿਆਂ ਦੀ ਸੰਗਤ ਦਾ ਪ੍ਰੇਮ ਮਾਝੈ ਮਤਲਬ ਮੈਨੂੰ, ਦੀਜੈ ਦੇ ਦਿਓ। ਦੇਵਾਂ ਦੇਵ, ਹੇ ਸਿਰਮੌਰ ਦੇਵ, ਹੇ ਸਭ ਤੋਂ ਵੱਡੇ ਦੇਵ, ਹੇ ਕਰਤਾ ਪੁਰਖ ਜੀਓ, ਹੇ ਵਾਹਿਗੁਰੂ ਜੀਓ, ਮੈਨੂੰ ਗੁਰਮੁਖਾਂ ਦੀ ਸੰਗਤ ਦਾ ਪ੍ਰੇਮ ਬਖਸ਼ਿਸ਼ ਕਰ ਦਿਓ। ਗੁਰਮੁਖ ਜਨਾਂ ਦੀ ਸੰਗਤ ਮੈਨੂੰ ਦੇ ਦਿਓ, ਮੈਨੂੰ ਗੁਰਮੁਖਾਂ ਦੀ ਸੰਗਤ ਮਿਲ ਜਾਏ। ਮਹਾਰਾਜ ਕਹਿਣ ਲੱਗੇ ਸੰਤ ਤੁਜੀ ਤਨ ਸੰਗਤ ਪ੍ਰਾਨ। ਹੇ ਪਰਮੇਸ਼ਰ ਜੀ, ਸੰਗਤ ਕਰਕੇ ਮੈਨੂੰ ਸੋਝੀ ਆ ਗਈ, ਗੁਰਮੁਖਾਂ ਦੀ ਸੰਗਤ ਵਿੱਚ ਬੈਠ ਕੇ ਪਤਾ ਚੱਲ ਗਿਆ ਸੰਤ ਤੁਜੀ ਤਨ, ਕਿ ਜਿਹੜੇ ਗੁਰਮੁਖ ਪਿਆਰੇ ਨੇ ਨਾ, ਅਸਲ 'ਚੋਂ ਤੇਰਾ ਸਰਗੁਣ ਰੂਪ ਨੇ, ਤੇਰੇ ਹੀ ਸਰੀਰ ਨੇ, ਤੇਰੇ ਹੀ ਰੂਪ ਨੇ। ਸੰਤ ਤੁਜੀ ਤਨ, ਸਤ ਸੰਗੀ ਜਨ, ਤੇਰੇ ਹੀ ਰੂਪ ਨੇ। ਸਤ ਸੰਗੀਆਂ ਦਾ ਦਰਸ਼ਨ ਕੀਤਾ, ਤੇਰਾ ਦਰਸ਼ਨ ਹੋ ਗਿਆ। ਮਹਾਰਾਜ ਕਹਿੰਦੇ ਵਿੱਚ ਸੰਗਤ ਹਰ ਪ੍ਰਭ। ਜੋ ਗੁਰਮੁਖਾਂ ਦੀ ਸੰਗਤ ਆ, ਉੱਥੇ ਪ੍ਰਭੂ ਦਾ ਵਾਸਾ। ਸੰਗਤ ਦਾ ਦਰਸ਼ਨ ਕਰ ਲਿਆ, ਮਾਨੋ ਗੁਰੂ ਦਾ ਦਰਸ਼ਨ ਹੋ ਗਿਆ, ਪ੍ਰਭੂ ਦਾ ਦਰਸ਼ਨ ਹੋ ਗਿਆ। ਹੁਣ ਗੁਰੂ ਦੇਵ ਜੀ ਕਹਿਣ ਲੱਗੇ ਸੰਗਤ ਪ੍ਰਾਨ, ਸਤ ਸੰਗੀ ਹੀ ਤੇਰੀ ਜਿੰਦ ਜਾਨ ਹਨ, ਤੇਰੇ ਪ੍ਰਾਣ ਹਨ, ਤੇਰਾ ਰੂਪ ਹਨ। ਸਤਿਗੁਰ ਗਿਆਨ ਜਾਣੈ ਸੰਤ ਦੇਵਾਂ ਦੇਵ। ਹੇ ਸਭ ਤੋਂ ਵੱਡੇ ਪ੍ਰਕਾਸ਼ ਰੂਪ ਪ੍ਰਭੂ, ਗਿਆਨ ਰੂਪ ਵਾਹਿਗੁਰੂ ਜੀਓ, ਸੰਤ ਤੁਜੀ ਤਨ ਸੰਗਤ ਪ੍ਰਾਨ, ਸਤਿਗੁਰ ਗਿਆਨ ਜਾਣੈ ਸੰਤ। ਜਿਹੜੇ ਸੰਤ ਜਨ ਨੇ ਨਾ, ਉਹਨਾਂ ਨੇ ਸਤਿਗੁਰੂ ਦੇ ਬਖਸ਼ੇ ਹੋਏ ਗਿਆਨ ਵਿੱਚੋਂ, ਸਤਿਗੁਰ ਗਿਆਨ, ਗੁਰੂ ਦੇ ਦਿੱਤੇ ਹੋਏ ਗਿਆਨ ਵਿੱਚੋਂ, ਗੁਰੂ ਦੀ ਦਿੱਤੀ ਹੋਈ ਸੋਝੀ ਵਿੱਚੋਂ ਤੈਨੂੰ ਜਾਣ ਲਿਆ, ਤੈਨੂੰ ਪ੍ਰਾਪਤ ਕਰ ਲਿਆ। ਅੱਗੇ ਮਹਾਰਾਜ ਕਹਿਣ ਲੱਗੇ ਗੁਰੂ ਦੇਵ ਜੀ ਸੰਤ ਆਚਰਣ ਸੰਤ ਚੋ ਮਾਰਗ, ਸੰਤ ਚ ਉਲਗ ਉਲਗਣੀ। ਸੰਤ ਆਚਰਣ, ਗੁਰਮੁਖਾਂ ਦੀ ਸੰਗਤ ਵਿੱਚ ਬੈਠ ਕੇ ਜਿਹੜਾ ਸਾਡਾ ਕਿਰਦਾਰ ਆ ਨਾ ਪਿਆਰਿਓ, ਉਹ ਸੰਤ ਜਨਾਂ ਵਾਲਾ ਬਣ ਜਾਂਦਾ। ਸਾਡੀ ਸੋਚ ਓਨੀ ਪਾਕ ਸਾਫ ਹੋ ਜਾਂਦੀ, ਓਨੀ ਉੱਚੀ ਹੋ ਜਾਂਦੀ ਜਿੰਨੀ ਗੁਰਮੁਖ ਪਿਆਰਿਆਂ ਦੀ ਹੋਇਆ ਕਰਦੀ। ਸੰਤ ਚੋ ਮਾਰਗ, ਸੰਤ ਚੋ ਮਤਲਬ ਸੰਤ ਜਨਾਂ ਦਾ, ਗੁਰਮੁਖ ਪਿਆਰਿਆਂ ਦਾ, ਸਤ ਸੰਗੀਆਂ ਦਾ ਮਾਰਗ ਸਾਨੂੰ ਚੰਗਾ ਲੱਗਣ ਲੱਗ ਪੈਂਦਾ, ਅਸੀਂ ਵੀ ਉਸ ਰਸਤੇ ਤੇ ਤੁਰ ਪੈਂਦੇ ਹਾਂ। ਸੰਤ ਚ ਉਲਗ ਉਲਗਣੀ, ਉਲਗ ਦਾ ਅਰਥ ਹੁੰਦਾ ਸੇਵਕ, ਉਲਗਣੀ ਦਾ ਅਰਥ ਹੁੰਦਾ ਸੇਵਾ। ਗੁਰਮੁਖਾਂ ਦੀ ਸੰਗਤ ਵਿੱਚ ਬੈਠ ਕੇ ਜਦੋਂ ਅਸੀਂ ਸ਼ੁਰੂਆਤੀ ਦੌਰ ਵਿੱਚ ਹੁੰਦੇ ਹਾਂ ਨਾ, ਆਰੰਭਿਕ ਦੌਰ ਵਿੱਚ ਹੁੰਦੇ ਹਾਂ, ਫਿਰ ਅਸੀਂ ਪ੍ਰੇਮ ਨਾਲ ਉਹਨਾਂ ਦੀ ਸੇਵਾ ਕਰਦੇ ਹਾਂ। ਮਤਲਬ ਸਤ ਸੰਗੀਆਂ ਦੀ, ਜਿੱਦਾਂ ਹੁਣ ਆ ਸੰਗਤ ਆਪ ਜੀ ਬੈਠੇ ਹੋ, ਗੁਰੂ ਦਾ ਸ਼ਬਦ ਸਮਝ ਰਹੇ ਹੋ ਨਾ, ਪਿਆਰ ਨਾਲ
ਅੱਜ ਕੋਈ ਨਵਾਂ ਸਤਸੰਗੀ ਆਇਆ ਤੇ ਉਹ ਸੰਗਤ ਦੀ ਸੇਵਾ 'ਚ ਲੱਗ ਜਾਏ। ਸੰਗਤ ਜੀ ਆਪ ਜੀਆਂ ਦੇ ਜੋੜੇ ਝਾੜ ਦਿੱਤੇ ਤੇ ਪੰਗਤ ਵਿੱਚ ਬੈਠੇ ਤੇ ਉੱਥੇ ਪੰਗਤ ਵਿੱਚ ਸੇਵਾ ਕਰ ਦਿੱਤੀ। ਭੱਜ ਭੱਜ ਕੇ ਮੈਂ ਇਹਨਾਂ ਦੀ ਸੇਵਾ ਕਰਾਂ, ਕਿਉਂਕਿ ਇਹ ਰੋਜ਼ ਗੁਰੂ ਦੀ ਸੰਗਤ ਕਰਦੇ ਨੇ, ਸਤਿਗੁਰ ਦਾ ਸ਼ਬਦ ਸਮਝਦੇ ਨੇ। ਹੁਣ ਮਹਾਰਾਜ ਜੀ ਕਹਿਣ ਲੱਗੇ, ਔਰ ਇੱਕ ਮੰਗੋਂ ਭਗਤ ਚਿੰਤਾ ਮਨ। ਹੇ ਪਰਮੇਸ਼ਰ, ਇੱਕ ਹੋਰ ਮੈਂ ਤੇਰੇ ਤੋਂ ਦਾਤ ਮੰਗਦਾ ਵਾਂ, ਉਹ ਹੈ ਤੇਰੀ ਭਗਤੀ, ਤੇਰਾ ਪ੍ਰੇਮ। ਜਣੀ ਲਖਾਵੋ ਅਸੰਤ ਪਾਪੀ ਸਣ। ਇਹ ਮੇਰੀ ਬੇਨਤੀ ਹੈ, ਜਣੀ ਲਖਾਵੋ। ਜਣੀ ਦਾ ਅਰਥ ਹੈ ਨਾ, ਲਖਾਵੋ ਦਾ ਅਰਥ ਦਿਖਾਓ। ਅਸੰਤ ਪਾਪੀ ਸਣ। ਅਸੰਤ ਪਾਪੀ, ਜਿਹੜੇ ਅਸੰਤ ਅਨਾੜੀ ਲੋਕ ਨੇ, ਜਿਹੜੇ ਪਾਪੀ ਲੋਕ ਨੇ, ਮੈਂ ਉਹਨਾਂ ਦਾ ਮੂੰਹ ਨਾ ਵੇਖਾਂ। ਮੇਰੇ ਤੇ ਕਿਰਪਾ ਕਰੋ, ਮੈਂ ਬੁਰੀ ਸੰਗਤ ਵਿੱਚੋਂ ਬਚ ਜਾਵਾਂ ਤੇ ਭਲੀ ਸੰਗਤ ਵਿੱਚ ਬੈਠਾਂ। ਰਵਿਦਾਸ ਭਣੈ ਜੋ ਜਾਣੈ ਸੋ ਜਾਣ। ਰਵਿਦਾਸ ਜੀ ਆਖਦੇ ਹਨ ਕਿ ਭਾਈ ਜੋ ਪਰਮੇਸ਼ਰ ਨੂੰ ਜਾਣਦਾ ਹੈ ਗੁਰਬਾਣੀ ਵਿੱਚੋਂ, ਅਸਲ ਵਿੱਚ ਉਹੀ ਸਿਆਣਾ ਹੈ। ਕਿਉਂ? ਸੰਤ ਅਨੰਤ ਹੈ ਅੰਤਰ ਨਾਹੀ। ਕਿਉਂਕਿ ਸੰਤ ਵਿੱਚ, ਰੱਬ ਦੇ ਪਿਆਰੇ ਵਿੱਚ ਤੇ ਰੱਬ 'ਚ ਕੋਈ ਅੰਤਰ ਨਹੀਂ ਹੁੰਦਾ। ਸੁਰਤ ਕਰਕੇ ਸ਼ਬਦ ਦੀ ਕਮਾਈ ਦੀ ਰਾਹੀਂ ਉਹ ਅਭੇਦਤਾ ਦੀ ਅਵਸਥਾ ਨੂੰ ਪ੍ਰਾਪਤ ਕਰ ਲੈਂਦਾ ਹੈ। ਸੋ ਅੱਜ ਦੇ ਪਾਵਨ ਸ਼ਬਦ ਵਿੱਚੋਂ ਇਹ ਸੇਧ ਆਪ ਜੀਆਂ ਨੇ ਪ੍ਰਾਪਤ ਕਰਨੀ ਕਿ ਗੁਰਦੁਆਰਾ ਸਾਹਿਬ ਗਏ ਸੀ ਤੇ ਉੱਥੇ ਸਮਝਿਆ ਸੀ ਸੰਗਤ ਸਾਡੇ ਜੀਵਨ ਨੂੰ ਬਦਲ ਦਿੰਦੀ ਹੈ। ਇਸ ਲਈ ਭਲੇ ਲੋਕਾਂ ਦੀ, ਸਤਿਪੁਰਸ਼ਾਂ ਦੀ, ਚੰਗਿਆਂ ਦੀ ਸੰਗਤ ਕਰਕੇ ਚੰਗੇ ਬਣਨਾ ਹੈ। ਇੰਨੀ ਬੇਨਤੀ ਆਪ ਜੀਆਂ ਨੇ ਪ੍ਰਵਾਨ ਕਰਨੀ। ਭੁੱਲਾਂ ਲਈ ਖਿਮਾ ਬਖਸ਼ਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਸਤਿਕਾਰਯੋਗ